ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਵਾਂ ਸ਼ਬਦ ਸ੍ਰੀ ਰਾਗ ਦੇ ਵਿੱਚ 57 ਅੰਗ ਤੇ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਸਤਿਗੁਰਾਂ ਪਾਸੋਂ ਜਿਹੜਾ ਨਿਰਮਲ ਉਪਦੇਸ਼ ਨੂੰ ਜਾਣੀਏ, ਜਿਹੜਾ ਨਿਰਮਲ ਉਪਦੇਸ਼ ਹੈ ਪਰਮੇਸ਼ਰ ਦੀ ਬਾਣੀ ਦਾ, ਇਹਦੇ ਨਾਲ ਲਾਭ ਕੀ ਹੋਵੇਗਾ? ਨਿਰਮਲ ਦੇਹ ਸਰੀਰ। ਤਾਂ ਜਿਹੜੀ ਸਾਡੀ ਅਸਥੂਲ ਦੇਹ ਹੈ, ਬਾਹਰ ਸਰੀਰ ਦਿਖਦਾ ਹੈ, 5 ਤੱਤਾਂ ਦਾ ਬਣਿਆ ਹੋਇਆ 25 ਪ੍ਰਕਿਰਤੀਆਂ ਵਾਲਾ ਸਰੀਰ ਅਤੇ ਸੂਖਮ ਸਰੀਰ ਜੋ 17 ਤੱਤਾਂ ਦੀ ਦੇਹੀ ਹੁੰਦੀ ਹੈ, ਗੁਰਬਾਣੀ ਦਾ ਪ੍ਰਭਾਵ ਇਹਨਾਂ ਦੇ ਉੱਤੇ ਸੁਣਨ ਨਾਲ ਸਥੂਲ ਦੇਹੀ ਅਤੇ ਸੂਖਮ ਦੇਹੀ, ਇਹਨਾਂ ਦੇ ਵਿੱਚ ਜਿਹੜੀ ਮੈਲ ਹੁੰਦੀ, ਜਿਸ ਕਰਕੇ ਪਰਮੇਸ਼ਰ ਤੋਂ ਆਪਾਂ ਦੂਰ ਹਾਂ, ਜਿਸ ਮੈਲ ਕਰਕੇ ਉਹਦੇ ਦਰਸ਼ਨ ਨਹੀਂ ਹੁੰਦੇ, ਉਹ ਮੈਲ ਗੁਰਾਂ ਦੀ ਬਾਣੀ ਸੁਣ ਕੇ ਉਪਦੇਸ਼ ਨੂੰ ਸੁਣਦੇ ਹੌਲੀ ਹੌਲੀ ਦੂਰ ਹੋਣੀ ਸ਼ੁਰੂ ਹੁੰਦੀ। ਅਤੇ ਇਸੇ ਉਪਦੇਸ਼ ਦੇ ਨਾਲ ਜਦੋਂ ਸਾਡਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਮਹਾਰਾਜ ਜੀ ਫਰਮਾਉਂਦੇ ਨੇ, ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਨਿਰਮਲ ਜਿਹੜਾ ਸ਼ੁੱਧ ਸਰੂਪ ਸੱਚਾ ਵਾਹਿਗੁਰੂ ਹੈ, ਜੇ ਉਹ ਮਨ ਦੇ ਵਿੱਚ ਫਿਰ ਵਸ ਜਾਵੇ ਤਾਂ ਹੀ ਸੁਖ ਹੁੰਦਾ ਹੈ। ਮਨ ਦੇ ਅੰਦਰ ਕਈਆਂ ਨੂੰ ਕਿੰਨੇ ਹੀ ਚਿਰ ਹੋ ਗਿਆ ਬਾਣੀ ਪੜ੍ਹਦੇ ਸੁਣਦੇ, ਪਰ ਮਨ ਦੇ ਅੰਦਰ ਉਪਦੇਸ਼ ਪ੍ਰਵੇਸ਼ ਨਹੀਂ ਕਰਦਾ। ਮਨ ਦੀ ਸਥਿਤੀ ਜਿਉਂ ਦੀ ਤਿਉਂ ਹੀ ਹੈ ਬਹੁਤ ਸਾਲਾਂ ਤੋਂ, ਕਿਉਂਕਿ ਮਨ ਦੇ ਅੰਦਰ ਨਾਮ ਦਾ ਵਾਸਾ, ਉਹ ਜਿਹੜੀਆਂ ਅੰਦਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਸ ਮੈਲ ਦੇ ਨਾਲ ਮਨ ਭਰਿਆ ਹੋਇਆ ਹੈ, ਉਹ ਮੈਲੀਆਂ ਚੀਜ਼ਾਂ ਮਨ ਦੇ ਅੰਦਰ ਗੁਰਬਾਣੀ ਦਾ ਸਿਮਰਨ ਦਾ ਵਾਸਾ ਹੋਣ ਹੀ ਨਹੀਂ ਦਿੰਦੀਆਂ। ਸਿਮਰਨ ਦਾ ਨਾਮ ਦਾ ਵਾਸਾ ਸਤਿਗੁਰੂ ਦੱਸਦੇ ਨੇ ਅੱਜ ਨਿਰਮਲ ਉਪਦੇਸ਼ ਜਿਹੜਾ ਗੁਰਬਾਣੀ ਦਾ, ਪੰਕਤੀਆਂ ਇਹਨੂੰ ਕੰਨਾਂ ਨਾਲ ਸੁਣੀ ਜਾਓ। ਗੁਰੂ ਦੇ ਉਪਦੇਸ਼ ਕਥਾ ਜੋ ਗੁਰਬਾਣੀ ਦੀ ਵਿਚਾਰ ਹੈ, ਇਹਨੂੰ ਸੁਣੀ ਜਾਓ। ਇਸ ਵਿਚਾਰ ਦੇ ਨਾਲ ਹੌਲੀ ਹੌਲੀ ਮਨ ਦੀ ਪਹਿਲਾਂ ਮੈਲ ਦੂਰ ਹੁੰਦੀ। ਸਿਰਫ ਮੈਲ ਵੀ ਇੰਨੀ ਜ਼ਿਆਦਾ ਚੀਕਣੀ ਮੈਲ ਦੱਸੀ ਗੁਰਾਂ ਨੇ, ਜੋ ਬਿਲਕੁਲ ਨਾਲ ਹੀ ਚਿਪਕ ਜਾਂਦੀ, ਇੰਨੀ ਜ਼ਬਰਦਸਤ ਕਿ ਲੈਣ ਦਾ ਨਾਂ ਹੀ ਨਹੀਂ ਲੈਂਦੀ। ਮਨ ਮਾਇਆ ਮੈਂ ਫੱਦ ਰਹਿਓ ਵਿਸਰਿਓ ਗੋਬਿੰਦ ਨਾਮ। ਸਤਿਗੁਰੂ ਕਹਿੰਦੇ ਨੇ, ਹੁਣ ਵਿਛੋੜੇ ਵਿੱਚ ਜੋ ਦੁੱਖ ਹੋ ਰਿਹਾ ਹੈ, ਉਹ ਮੇਰੇ ਅਬ ਤੋਂ ਭਾਵ ਹਿਰਦੇ ਦੀ ਉਸ ਪੀੜਾ ਨੂੰ ਉਹੀ ਜਾਣਦਾ, ਪਰਮਾਤਮਾ ਹੀ ਜਾਣਦਾ ਕਿ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ। ਆਈਓ ਸੁਖ ਹੁੰਦਾ ਜਿਹੜਾ ਹਿਰਦੇ ਦੇ ਅੰਦਰ ਬੈਠਾ ਪਰਮਾਤਮਾ, ਹਰੇਕ ਦੇ ਅੰਦਰ ਉਹਦੀ ਜੋਤ ਹੈ, ਉਹ ਮੇਰੀ ਅੰਦਰਲੀ ਪੀੜਾ ਨੂੰ ਜਾਣਦਾ ਹੈ। ਹਰੇਕ ਬੰਦਾ ਆਪਣੀ ਪੀੜਾ ਨੂੰ ਜਾਣਦਾ ਜਾਂ ਅੰਤਰਾਤਮੇ ਵਾਹਿਗੁਰੂ ਜਾਣਦਾ। ਮਹਾਰਾਜ ਕਹਿੰਦੇ ਨੇ, ਅਵਰ ਕੋ ਜਾਣੈ ਪੀਰ ਪਰਈਆ। ਜਿਹੜੀ ਪਰਾਈ ਪੀੜਾ ਉਹਨੂੰ ਹੋਰ ਕੋਈ ਜਾਣ ਨਹੀਂ ਸਕਦਾ। ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ। ਸਹਿਜੈ ਤੋਂ ਭਾਵ ਹੁੰਦਾ ਗਿਆਨ। ਗਿਆਨ ਕਰਕੇ ਹੀ ਅਗਲੋ ਹੁੰਦਾ ਬਹੁਤਾ, ਬਹੁਤਾ ਸੁਖ ਹੁੰਦਾ ਹੈ ਇਨਸਾਨ ਨੂੰ। ਅਤੇ ਗਿਆਨ ਦੇ ਬਲ ਕਰਕੇ ਜਮਾਂ ਦਾ ਜਿਹੜਾ ਬਾਣ ਹੈ, ਤੀਰ ਹੈ, ਉਹ ਨਹੀਂ ਲੱਗਦਾ। ਨਾ ਲਾਗੈ ਜਮ ਤੀਰ ਤੋਂ ਭਾਵ ਤੀਰ ਹੁੰਦਾ ਨੇੜੇ, ਜਮਦੂਤ ਨੇੜੇ ਨਹੀਂ ਲੱਗਦਾ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ। ਇਹ ਭਾਈ ਜਿਹੜਾ ਨਾਮ ਰੂਪ ਨਿਰਮਲ ਜਲ ਵਿੱਚ ਇਸ਼ਨਾਨ ਕਰ। ਪਹਿਲਾਂ ਇਹਦੇ ਵਿੱਚ ਇਸ਼ਨਾਨ ਕਰਦਿਆਂ ਵਿਧੀ ਸਿੱਖ ਕੇ ਸੁਣਿਆ, ਇੱਕ ਕੰਮ ਹੋ ਗਿਆ ਕਿ ਸੁਣਿਆ ਹੈ, ਮੰਨਿਆ ਦੂਸਰਾ ਕਾਰਜ ਹੈ, ਤੀਸਰਾ ਹੈ ਮਨ ਕੀਤਾ ਭਾਉ। ਮਨ ਦੇ ਅੰਦਰ ਪ੍ਰੇਮ ਕੀਤਾ ਹੈ। ਫਿਰ ਅੰਤਰਗਤ ਤੀਰਥ ਮਲ ਨਹਾਓ। ਅੰਦਰੋਂ ਮਲ ਮਲ ਕੇ ਫਿਰ ਜਿਹੜੀ ਵਿਸ਼ਿਆਂ ਦੀ ਹਰ ਪ੍ਰਕਾਰ ਦੀ ਜਿਹੜੀ ਮੈਲ ਹੈ, ਉਹ ਅੰਦਰੋਂ ਹੌਲੀ ਹੌਲੀ ਲਹਿੰਦੀ ਹੈ। ਤਾਂ ਤੇਰੇ ਹਿਰਦੇ 'ਚ ਪਾਪਾਂ ਦੀ ਮੈਲ ਨਹੀਂ ਲੱਗੇਗੀ, ਕਿਉਂਕਿ ਪਾਪਾਂ ਦੀ ਮੈਲ ਇਸ ਕਰਕੇ ਲੱਗਦੀ ਹੈ ਕਿ ਨਿਰਮਲ ਜਲ ਵਿੱਚ ਇਸ਼ਨਾਨ ਨਹੀਂ ਕਰਦਾ। ਇੱਕ ਸਰੋਵਰ ਦਾ ਇਸ਼ਨਾਨ ਤਾਂ ਕੀਤਾ ਜੋ ਪ੍ਰਤੱਖ ਸਰੀਰ ਕਰਕੇ ਹੈ,
ਇੱਕ ਉਹ ਸਰੋਵਰ ਜੋ ਸਾਧ ਸੰਗਤ ਵਿੱਚ ਹੈ, ਸ਼ਬਦ ਦੀ ਵਿਚਾਰ ਕਰਕੇ ਨਿਰਮਲ ਹੋਣਾ, ਉਹ ਨਹੀਂ ਹੋ ਰਿਹਾ ਤੂੰ। ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ ਰਹਾਉ। ਇੱਕ ਸੱਚਾ ਵਾਹਿਗੁਰੂ ਹੀ ਨਿਰਮਲ ਹੈ। ਇਉਂ ਕਹਿੰਦੇ ਤੂੰ ਨਿਸ਼ਚਾ ਕਰ ਆਪਣੇ ਮਨ ਦੇ ਅੰਦਰ, ਇਹ ਵਾਹਿਗੁਰੂ ਇੱਕੋ ਇੱਕ ਤੂੰ ਹੀ ਨਿਰਮਲ ਹੈ। ਹੋਰ ਜਿੰਨੀਆਂ ਵੀ ਜਾਏ ਦਾ ਭਾਵ ਹੁੰਦਾ ਜਗ੍ਹਾ ਨੇ, ਸਾਰੀਆਂ, ਕੋਈ ਵੀ ਜਗ੍ਹਾ ਲੈ ਲਓ, ਸਾਰੀਆਂ ਮੈਲ ਦੇ ਨਾਲ ਹੀ ਭਰੀਆਂ ਹੋਈਆਂ ਨੇ। ਤਾਈਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਜਿਹੜੇ ਬਗਲੇ ਪਖੰਡੀ ਲੋਕ ਨੇ, ਨਿੱਕੀਆਂ ਨਿੱਕੀਆਂ ਛੱਪੜੀਆਂ ਰਿੱਧੀਆਂ ਸਿੱਧੀਆਂ ਆਦਿਕ ਵਿੱਚ, ਛੋਟੀਆਂ ਛੋਟੀਆਂ ਸ਼ਕਤੀਆਂ ਵਿੱਚ ਯਤਨ ਕਰਦੇ ਨੇ ਨਿਰਮਲ ਹੋਣ ਦਾ, ਉੱਥੇ ਹੋਰ ਮੈਲ ਲੱਗ ਜਾਂਦੀ ਹੈ, ਵਿਸ਼ੇ ਵਾਸਨਾ ਦੀ, ਮਾਇਆ ਦੀ ਪ੍ਰਾਪਤੀ ਦੀ, ਪਾਪਾਂ ਦੀ ਮੈਲ। ਉੱਥੇ ਜੀਵ ਨਿਰਮਲ ਨਹੀਂ ਹੁੰਦਾ। ਇੱਕ ਤੁਸੀਂ ਹੀ ਨਿਰਮਲ ਹੋ, ਮਾਇਆ ਤੋਂ ਰਹਿਤ। ਨਿਰਮਲ ਦਾ ਸਿੱਧਾ ਭਾਵ ਅਰਥ ਹੀ ਮਾਇਆ ਤੋਂ ਰਹਿਤ ਹੋਣਾ। ਹਰ ਕਾ ਮੰਦਰ ਸੋਹਣਾ, ਕੀਆ ਕਰਨੈ ਹਾਰ। ਹਰੀ ਦਾ ਸੋਹਣਾ ਮੰਦਰ ਜੋ ਵਿਰਾਟ ਰੂਪ ਹੈ, ਇਹਨੂੰ ਕਰਨੈ ਹਾਰ ਅਕਾਲ ਪੁਰਖ ਨੇ ਆਪ ਹੀ ਰਚਨਾ ਕੀਤਾ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਹ ਸੰਸਾਰ ਨੂੰ ਪਹਿਲਾਂ ਤਾਂ ਹਰਮੰਦਰ ਦੱਸਿਆ, ਇਹਦੇ ਵਿੱਚ ਪਰਮਾਤਮਾ ਦਾ ਵਾਸਾ ਹੈ। ਰਵਸਾ ਸਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ। ਇਹਦੇ ਵਿੱਚ ਅਨੂਪਮ ਜੋਤ ਵਾਲੇ ਜਿਹੜੇ ਸੂਰਜ ਨੇ, ਚੰਦਰਮਾ, ਇਹ ਦੋ ਦੀਵੇ ਨੇ। ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਜੋ ਜਿਹੜੇ ਜਗਦੇ ਨੇ, ਜੋ ਤੇਲ ਅਤੇ ਬੱਤੀ ਤੋਂ ਬਗੈਰ ਹੀ ਪ੍ਰਕਾਸ਼ ਕਰਦੇ ਨੇ। ਤਿੰਨਾਂ ਭਵਨਾਂ ਵਿੱਚ ਪਰਮਾਤਮਾ ਦੀ ਅਪਾਰ ਜੋਤ ਵਿਆਪਕ ਹੈ। ਹਾਟ ਪਟਣ ਗੜ ਕੋਠੜੀ, ਸੱਚ ਸੌਦਾ ਵਾਪਾਰ। ਇਹਦੇ ਵਿੱਚ ਪ੍ਰਤੱਖ ਹੱਟੀਆਂ ਨੇ, ਪਟਣ ਤੋਂ ਭਾਵ ਸ਼ਹਿਰ ਨੇ, ਗੜ ਤੋਂ ਮਤਲਬ ਹੁੰਦਾ ਕਿਲੇ ਨੇ, ਅਤੇ ਕੋਠੜੀਆਂ ਬਣਾਈਆਂ ਨੇ, ਘਰ ਆਦਿਕ। ਸੋ ਇਸ ਵਿੱਚ ਗੁਰਮੁਖ ਲੋਕ ਜਿਹੜੇ ਨੇ, ਉਹ ਸੱਚ ਬੋਲਦੇ ਹੋਏ ਸੌਦੇ ਦਾ, ਨਾਮ ਦਾ ਵਪਾਰ ਕਰਦੇ ਨੇ। ਬਣਾਇਆ ਹੈ ਸੰਸਾਰ ਪਰਮਾਤਮਾ ਦਾ ਮੰਦਰ, ਦੋ ਦੀਵੇ ਨੇ, ਤਿੰਨਾਂ ਭਵਨਾਂ 'ਚ ਜੋਤ ਵਿਆਪਕ ਹੈ। ਹੱਟੀਆਂ, ਸ਼ਹਿਰ, ਕਿਲੇ, ਕੋਠੜੀਆਂ ਬਣਾ ਕੇ ਇਹਦੇ ਵਿੱਚ ਗੁਰਮੁਖ ਲੋਕ ਜਿਹੜੇ ਨੇ, ਸਿਰਫ ਗੁਰਮੁਖ ਸੱਚੇ ਨਾਮ ਦਾ ਵਪਾਰ ਕਰਦੇ ਨੇ। ਦੂਸਰੇ ਭਾਵ ਅਰਥ 'ਚ ਕਹਿਣ ਦਾ, ਹਰ ਕਾ ਮੰਦਰ ਸੋਹਣਾ, ਕੀਆ ਕਰਨੈ ਹਾਰ। ਹਰੀ ਪਰਮਾਤਮਾ ਦਾ ਜਿਹੜਾ ਸੋਹਣਾ ਮੰਦਰ ਹੈ, ਇਹ ਮਨੁੱਖਾ ਸਰੀਰ ਹੈ। ਦੂਸਰਾ ਮੰਦਰ ਕਰਨੈ ਹਾਰ, ਪਰਮਾਤਮਾ ਨੇ ਆਪ ਹੀ ਇਹਨੂੰ ਬਣਾਇਆ ਹੈ। ਰਵਸਸ ਸੂਰਜ ਅਤੇ ਚੰਦਰਮਾ ਜਿਹੜੇ ਨੇ, ਸੱਜਾ ਤੇ ਖੱਬਾ ਨੇਤਰ ਬਣਾਏ ਨੇ। ਸੱਜਾ ਖੱਬਾ ਨੇਤਰ, ਇਹੀ ਦੋ ਦੀਵੇ ਬੜੇ ਅਪਾਰ ਜੋਤ ਵਾਲੇ ਨੇ। ਤ੍ਰਿਭਵਨ ਤੋਂ ਭਾਵ ਸਥੂਲ ਸਰੀਰ ਬਾਹਰ ਦਿਖਦਾ, ਸੂਖਮ ਸਰੀਰ ਇਹਦੇ ਅੰਦਰ ਹੈ। ਤੀਸਰਾ ਹੈ ਕਾਰਨ ਦੇਹੀ। ਇਹ ਤਿੰਨ ਜਿਹੜੇ ਰੂਪ ਨੇ, ਤਿੰਨੇ ਸਰੀਰਾਂ ਵਿੱਚ ਅਪਾਰ ਪਰਮੇਸ਼ਰ ਦੀ ਜੋਤ ਜਿਹੜੀ ਚੇਤਨ ਸੱਤਾ ਵਿਆਪਕ ਹੈ। ਹਾਟ ਤੋਂ ਭਾਵ ਹੁਣ ਕਿੱਥੇ ਕਿੱਥੇ ਪਰਮਾਤਮਾ ਹੈ। ਹਾਟ ਹਿਰਦਾ, ਕਈ ਅੱਖਰ ਸਾਰੀਆਂ ਬੋਲੀਆਂ 'ਚ ਰਲ ਜਾਂਦੇ ਆਪਸ ਵਿੱਚ। ਹਾਟ ਹਿਰਦਾ। ਪਟਣ ਹੈ ਸਰੀਰ, ਗੜ ਨਾਮ ਕਿਲੇ ਦਾ ਹੈ। ਇਹ ਸਰੀਰ ਵਿੱਚ ਕਿਲਾ ਕਿਹੜਾ, ਜਿਹੜਾ ਦਸਮ ਦੁਆਰ ਦੀ ਕੋਠੜੀ ਹੈ। ਮਨ ਦੀਆਂ ਕੁੱਲ 72 ਕੋਠੜੀਆਂ, ਇਹਨਾਂ ਵਿੱਚ ਗੁਰਮੁਖ ਸੱਚ ਨਾਮ ਰੂਪ ਸੌਦੇ ਦਾ ਵਪਾਰ ਕਰਦੇ ਨੇ। 72 ਕੋਠੜੀਆਂ ਦੇ ਵਿੱਚ। ਤੀਜਾ ਭਾਵ ਕਹਿਣ ਦਾ ਕਿ ਹਰੀ ਦਾ ਸੋਹਣਾ ਮੰਦਰ ਸਤਸੰਗ ਹੈ, ਸਤਸੰਗਤ ਵੀ ਮੰਦਰ ਹੈ। ਕੀਆ ਕਰਨੈ ਹਾਰ, ਵਾਹਿਗੁਰੂ ਨੇ ਆਪ ਹੀ ਬਣਾਇਆ ਇਹਨੂੰ। ਇਹਦੇ ਵਿੱਚ ਵੀ ਦੋ ਦੀਵੇ ਜਗਾਏ ਨੇ ਸਤਸੰਗਤ ਵਿੱਚ। ਉਹ ਕਿਹੜੇ ਕਿਹੜੇ ਨੇ? ਕਹਿੰਦੇ ਰਵਸਸ ਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ। ਸੂਰਜ ਅਤੇ ਚੰਦਰਮਾ ਕਿਹੜੇ ਕਿਹੜੇ ਨੇ? ਗਿਆਨ ਵੈਰਾਗ ਰੂਪ ਦੋ ਦੀਵਿਆਂ ਦੀ ਅਪਾਰ ਜੋਤ ਹੋ ਰਹੀ ਹੈ ਸੰਗਤ ਵਿੱਚ। ਅਤੇ ਗੁਰਮੁਖਾਂ ਨੇ ਇਹ ਵੀ ਨਿਸ਼ਚਾ ਕੀਤਾ ਮਨ ਦੇ ਅੰਦਰ ਕਿ ਤਿੰਨਾਂ ਭਵਨਾਂ ਵਿੱਚ ਹੀ ਅਪਾਰ ਪ੍ਰਮਾਤਮਾ ਦੀ ਜੋਤ ਜਿਹੜੀ ਸੱਤਾ ਵਿਆਪਕ ਹੋ ਰਹੀ ਹੈ। ਇਹਦੇ ਵਿੱਚ ਹਾਟ ਹਿਰਦਾ, ਪਟਣ ਸਰੀਰ, ਗੜ ਦਸਮ ਦੁਆਰ, ਕੋਠੜੀ ਮਨ ਦੀਆਂ ਕੋਠੜੀਆਂ, ਇਹਨਾਂ ਸਾਰਿਆਂ ਨੂੰ ਦਮਨ ਕਰਕੇ, ਇਹਨਾਂ ਨੂੰ ਕਾਬੂ ਵਿੱਚ ਕਰਕੇ ਆਪਣੇ, ਫਿਰ ਗੁਰਮੁਖ ਸੱਚੇ ਨਾਮ ਰੂਪ ਸੌਦੇ ਦਾ ਵਪਾਰ ਕਰਦੇ ਨੇ। ਗਿਆਨ ਅੰਜਨ ਭੈ ਭੰਜਨਾ ਦੇਖ,
ਨਿਰੰਜਨ ਭਾਏ। ਜਿਨ੍ਹਾਂ ਨੇ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਰੂਪ ਜਿਹੜਾ ਅੰਜਨ ਸੁਰਮਾ ਪਾ ਕੇ, ਭਾਏ ਦਾ ਅਰਥ ਹੁੰਦਾ ਗਿਆਨ ਸਰੂਪ ਨਿਰੰਜਨ ਨੂੰ ਪ੍ਰੇਮ ਨਾਲ ਵੇਖਿਆ ਹੈ, ਪਰਮਾਤਮਾ ਨੂੰ। ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼। ਉਹਨਾਂ ਨੇ ਜਮਾਂ ਦੇ ਡਰ ਨੂੰ ਨਾਸ਼ ਕੀਤਾ ਹੈ। ਭੈ ਭੰਜਨਾ, ਗਿਆਨ ਅੰਜਨ ਦੇਖ ਨਿਰੰਜਨ ਭਾਏ ਭੈ ਭੰਜਨਾ। ਇਉਂ ਕਾਵ ਰੂਪ ਵਿੱਚੋਂ ਕੱਢ ਕੇ ਵਾਰਤਕ ਜਦੋਂ ਬਣਾਉਣੀ ਆ ਉਦੋਂ ਅਨਵੈ ਕਰਕੇ ਅਰਥ ਅੱਗੇ ਪਿੱਛੇ ਲੱਗਦੇ ਨੇ। ਪਹਿਲਾਂ ਤਾਂ ਬੁੱਧੀ ਰੂਪ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਕੇ, ਫਿਰ ਭਾਏ ਜਿਹੜਾ ਗਿਆਨ ਦਾ ਸੁਰਮਾ ਜਦੋਂ ਪੈ ਗਿਆ, ਫਿਰ ਭਾਏ ਪ੍ਰੇਮ ਦੇ ਸਹਿਤ ਹੋ ਕੇ ਨਿਰੰਜਨ ਪਰਮਾਤਮਾ ਨੂੰ ਦੇਖਿਆ ਜਦੋਂ, ਤਾਂ ਭੈ ਸਾਰੇ ਹੀ ਦੂਰ ਹੋ ਗਏ ਨੇ। ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਜੇ ਆਪਣੇ ਮਨ ਨੂੰ ਇੱਕ ਥਾਂ ਤੇ ਰੱਖੇ, ਭਾਵ ਮਨ ਇਕਾਗਰ ਹੋ ਜਾਏ, ਇਕਾਗਰਤਾ 'ਚ ਲਿਆਵੇ, ਤਾਂ ਗੁਪਤ ਪ੍ਰਗਟ ਸਾਰੇ ਜਗ੍ਹਾ ਤੇ ਪਰਮੇਸ਼ਰ ਨੂੰ ਜਾਣ ਲਈਦਾ। ਅਥਵਾ ਜਿਹੜੀਆਂ ਗੁਪਤ ਸ਼ਕਤੀਆਂ ਨੇ ਅਤੇ ਪ੍ਰਗਟ ਨੇ ਸਾਰੀਆਂ, ਮਨ ਜਦੋਂ ਇੱਕ ਥਾਂ ਇਕੱਠਾ ਹੁੰਦਾ ਆ ਕੇ, ਉਦੋਂ ਹੀ ਪ੍ਰਕਾਸ਼ ਹੋ ਜਾਂਦਾ ਇਹਨੂੰ, ਅਤੇ ਗੁਪਤ ਪ੍ਰਗਟ ਸਾਰਾ ਕੁਝ ਦਿਖਣ ਲੱਗ ਜਾਂਦਾ। ਉਹ ਬੰਦਾ ਜਦੋਂ ਕਹਿੰਦਾ ਮੈਨੂੰ ਦਿਖਣ ਲੱਗ ਪਿਆ ਹੈ, ਸੰਸਾਰ ਨਹੀਂ ਮੰਨਦਾ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਕੀ ਕਰੀਏ, ਇੱਕ ਨੂੰ ਦਿਖਦਾ ਦੂਜੇ ਨੂੰ ਦਿਖਦਾ ਨਹੀਂ। ਹੁਣ ਜਿਹਨੂੰ ਪ੍ਰਤੱਖ ਵੀ ਦੁਨੀਆ ਦੇ ਅੱਖਾਂ ਲੱਗੀਆਂ ਹੋਈਆਂ ਨੇ, ਉਹਦੇ ਨਾਲ ਕੋਈ ਅੱਖਾਂ ਤੋਂ ਹੀਣਾ ਬੰਦਾ ਤੁਰਿਆ ਜਾਂਦਾ ਹੈ, ਉਹ ਕਹਿੰਦਾ ਉਹ ਸਾਹਮਣੇ ਦੇਖ ਹਰੇ ਰੰਗ ਦੀ ਚੀਜ਼ ਹੈ, ਉੱਤੇ ਪੀਲੇ ਦੀ ਚੀਜ਼ ਹੈ, ਉਹ ਸਾਹਮਣੇ ਪਾਣੀ ਹੈ, ਇੱਧਰਲੇ ਪਾਸੇ ਪੰਛੀ ਉੜੇ ਜਾ ਰਹੇ ਨੇ। ਅੱਖਾਂ ਤੋਂ ਹੀਣਾ ਬੰਦਾ ਕਹਿੰਦਾ ਐਵੇਂ ਝੂਠ ਬੋਲਦਾ, ਮੈਨੂੰ ਤਾਂ ਕੋਈ ਦੀਂਦਾ ਨਹੀਂ, ਕਿਉਂਕਿ ਉਹਦੀ ਅੱਖਾਂ ਹੀ ਨਹੀਂ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀਆਂ ਅੱਖਾਂ ਅੰਦਰਲੀਆਂ ਖੁੱਲ੍ਹ ਜਾਂਦੀਆਂ ਨੇ, ਉਹ ਗੁਪਤ ਸ਼ਕਤੀਆਂ ਸਾਰੀਆਂ ਉਹਨਾਂ ਨੂੰ ਦੇਖੀ ਜਾਂਦੀਆਂ ਨੇ। ਜਿਨ੍ਹਾਂ ਦੀਆਂ ਨਹੀਂ ਖੁੱਲ੍ਹਦੀਆਂ ਅੱਖਾਂ, ਉਹਨਾਂ ਨੂੰ ਕੁਝ ਵੀ ਨਹੀਂ ਨਜ਼ਰ ਆ ਰਿਹਾ। ਕਈਆਂ ਨੂੰ ਗੁਪਤ ਸ਼ਕਤੀਆਂ ਜਦੋਂ ਦਿਖਦੀਆਂ ਰੌਲਾ ਪਾ ਦਿੰਦੇ ਨੇ, ਫਿਰ ਉਹਨਾਂ ਦੀਆਂ ਗੁਪਤ ਹੋ ਜਾਂਦੀਆਂ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਮਨ ਇੱਕ ਥਾਂ ਟਿਕ ਜਾਂਦਾ ਹੈ, ਤਾਂ ਪਰਮੇਸ਼ਰ ਵੀ ਦਰਸ਼ਨ ਦੇਣ ਲੱਗ ਜਾਂਦੇ ਨੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਮੇਰਾ ਵਾਹਿਗੁਰੂ ਤਾਂ ਨਾਲ ਹੀ, ਉਹਨਾਂ ਨੂੰ ਵਾਹਿਗੁਰੂ ਦਾ ਪ੍ਰਕਾਸ਼ ਦਿਖਣ ਲੱਗ ਜਾਂਦਾ, ਸਰਬ ਵਿਆਪਕ। ਉਹਨਾਂ ਨੂੰ ਹਰ ਇੱਕ ਚੀਜ਼ ਹੀ ਦਿਖਣ ਲੱਗ ਜਾਂਦੀ, ਹਰੇਕ ਥਾਂ ਤੇ ਹਰੇਕ ਸ਼ਕਤੀ ਨਜ਼ਰ ਆਉਂਦੀ ਹੈ। ਪਰ ਕਿਉਂਕਿ ਐਸਾ ਮਨੁੱਖ ਕਰੋੜਾਂ ਵਿੱਚ ਇੱਕ ਹੁੰਦਾ, ਇਸ ਕਰਕੇ ਉਹ ਮਨੁੱਖ ਇੱਕ ਹੋਣ ਕਰਕੇ ਜੋ ਬੋਲਦਾ ਵੀ ਹੈ। ਹੁਣ ਇੱਕ ਪਾਸੇ 1 ਕਰੋੜ ਬੰਦਾ, ਇੱਕ ਪਾਸੇ ਇੱਕ ਬੰਦਾ। 1 ਕਰੋੜ ਬੰਦਾ ਕਹਿੰਦਾ ਇਹ ਬੰਦਾ ਇਕੱਲਾ ਹੀ ਝੂਠ ਬੋਲੀ ਜਾਂਦਾ, ਐਵੇਂ ਸਾਨੂੰ ਰੌਲਾ ਪਾ ਕੇ ਕਹੀ ਜਾਂਦਾ ਹੈ। ਹੋ ਸਕਦਾ ਇਹਦੇ ਕੋਈ ਦਿਮਾਗ ਵਿੱਚ ਨੁਕਸ ਪਿਆ ਹੋਊਗਾ, ਜਾਂ ਇਹਦੀਆਂ ਅੱਖਾਂ 'ਚ ਭੁਲੇਖਾ ਪੈ ਰਿਹਾ। ਇਸ ਤਰ੍ਹਾਂ ਦੁਨੀਆ ਉਸ ਗੱਲ ਨੂੰ ਮੰਨਦੀ ਹੀ ਨਹੀਂ। ਤਾਈਓ ਗੁਰਮੁਖਾਂ ਨੂੰ ਫਿਰ ਚੁੱਪ ਰਹਿਣਾ ਪੈਂਦਾ। ਸੰਸਾਰ ਦੇ ਵਿੱਚ ਹੁੰਦਾ ਸਾਰਾ ਕੁਝ ਕੋਲੇ ਹੀ ਹੈ। ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰਾਖੈ ਠਾਏ। ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ। ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਜੇ ਇਹੋ ਜਿਹੇ ਗੁਰੂ ਸਾਹਿਬ ਮਿਲ ਪੈਣ, ਤਾਂ ਸਹਿਜੇ ਹੀ ਗਿਆਨ ਦੁਆਰਾ ਜਗਿਆਸੂ ਨੂੰ ਪਰਮੇਸ਼ਰ ਦੇ ਨਾਲ ਮਿਲਾ ਲੈਂਦੇ ਨੇ। ਉਹ ਕਸ ਕਸਵੱਟੀ ਲਾਈ ਐ, ਪਰਖੇ ਹਿਤ ਚਿਤ ਲਾਏ। ਕਸ ਹੁੰਦੀ ਕਸੀਸ, ਕਸੀਸ ਹੁੰਦੀ ਤਾੜਨਾ, ਚੰਗੀ ਤਰ੍ਹਾਂ ਕਸ ਕੇ। ਸੋ ਕਸੀਸ ਰੂਪ ਕਸਵੱਟੀ ਤੇ ਲਾ ਕੇ ਫਿਰ ਜਗਿਆਸੂ ਦੇ ਚਿੱਤ ਦੇ ਨਾਲ ਅੰਦਰ ਜਿਹੜਾ ਪ੍ਰੇਮ ਹੈ ਨਾ, ਉਹਨੂੰ ਪਰਖਦੇ ਨੇ ਸਤਿਗੁਰੂ ਜਾਣ ਕੇ। ਸਤਿਗੁਰੂ ਪਰਖਾਂ ਲੈਂਦੇ ਨੇ ਕਈ ਵਾਰੀ। ਕਹਿਣ ਨੂੰ ਤਾਂ ਮੂੰਹ ਨਾਲ ਆਪਾਂ ਜੋ ਮਰਜ਼ੀ ਕਹੀ ਜਾਈਏ ਕਿ ਜਦੋਂ ਲੋੜ ਪਈ ਜੀ ਦੱਸਿਓ, ਤੁਹਾਨੂੰ ਮੈਨੂੰ ਦੱਸਿਓ ਤੁਸੀਂ, ਤੇ ਜਦੋਂ ਲੋੜ ਪਈ ਗੁਰਾਂ ਨੇ ਆਵਾਜ਼ ਮਾਰੀ, ਸਿੱਖ ਲੱਭਿਆ ਹੀ ਨਹੀਂ, ਫੇਰ ਤਾਂ ਫਾਇਦਾ ਨਾ ਹੋਇਆ। ਸਤਿਗੁਰੂ ਕਹਿੰਦੇ ਮੌਕੇ ਤੇ ਪਰਖਣ ਨਾਲੋਂ ਪਹਿਲਾਂ ਹੀ ਇੱਕ ਵਾਰੀ ਪਰਖ ਕੇ ਦੇਖ ਲਈਏ, ਇਹ ਨਾ ਮੌਕੇ ਤੇ ਥਿਆਵੇ ਹੀ ਨਾ, ਉਹ ਲੱਭੇ ਹੀ ਨਾ ਸਾਨੂੰ ਮੌਕੇ ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਸਿੱਖ ਨੂੰ ਪਰਖਦੇ ਰਹਿੰਦੇ ਨੇ ਬਾਰ-ਬਾਰ। ਖੋਟੇ ਠੌਰ ਨਾ ਪਾਏ ਨੀ, ਖਰੇ ਖਜ਼ਾਨਾ ਪਾਏ। ਹੁਣ ਜਿਹੜੇ ਖੋਟੇ ਮਨੁੱਖ ਨੇ, ਉਹ ਗੁਰਾਂ ਦੇ ਹੁਕਮ ਅਨੁਸਾਰ ਨਹੀਂ ਚੱਲਦੇ, ਸਤਿਗੁਰੂ ਉਹਨਾਂ ਨੂੰ ਪਰਖ ਲੈਂਦੇ ਨੇ। ਉਹ ਕਸੀਸ ਰੂਪ ਕਸਵੱਟੀ ਤੇ ਠਹਿਰਨਾ ਨਹੀਂ ਪਾਉਂਦੇ। ਸ੍ਰੀ ਅਨੰਦਪੁਰ ਸਾਹਿਬ ਕਸਵੱਟੀ ਹੋਈ ਚਾੜ੍ਹੀ ਸੀ,
ਖਿੱਚ ਖਿੱਚ ਕੇ ਮਸਾਂ ਹੀ ਫਿਰ 40 ਜਾਣੇ ਨਿਕਲੇ। ਉਹ ਤਾਂ ਖੈਰ ਬਹੁਤ ਜ਼ਿਆਦਾ ਕਰੜੀ ਪ੍ਰੀਖਿਆ ਸੀ, ਉਹਦੇ 'ਚ ਤਾਂ ਸਿਰਫ ਕੋਈ ਪੂਰਨ ਪੁਰਖ ਹੀ ਖੜ ਸਕਿਆ ਹੋਵੇਗਾ ਗੁਰਾਂ ਦੇ ਅੱਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਖਰੇ ਮਨੁੱਖ ਗੁਰਾਂ ਦੇ ਹੁਕਮ ਅਨੁਸਾਰ ਚੱਲਦੇ ਨੇ ਉਹ ਸਰੂਪ ਰੂਪੀ ਖਜ਼ਾਨੇ 'ਚੋਂ ਪ੍ਰਵਾਨ ਕਰ ਲੈਂਦੇ ਸਤਿਗੁਰੂ ਉਹਨਾਂ ਨੂੰ, ਅਤੇ ਪਰਖਾਂ ਫੇਰ ਸ਼ੁਰੂ ਹੋ ਜਾਂਦੀਆਂ। ਬਾਰ-ਬਾਰ ਪਰਖਣਾ ਗੁਰਾਂ ਦਾ ਕਾਰਜ ਹੈ, ਕਿਉਂਕਿ ਜਿੰਨਾ ਜ਼ਿਆਦਾ ਲੋਹੇ ਨੂੰ ਮਾਰ ਪੈਂਦੀ ਗਰਮ ਕਰਕੇ ਉਹਨਾਂ ਜ਼ਿਆਦਾ ਜਿਹੜੇ ਉਹਦੇ ਅੰਦਰ ਕ੍ਰਿਸਟਲ ਹੁੰਦੇ ਨੇ ਉਹ ਹੋਰ ਸੂਖਮ ਹੁੰਦੇ ਤੁਰੇ ਜਾਂਦੇ ਨੇ, ਹੋਰ ਪਕੜ ਕਰਦੇ ਨੇ, ਹੋਰ ਮਜ਼ਬੂਤ ਹੁੰਦੇ ਨੇ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬਾਰ-ਬਾਰ ਪਰਖ ਲੈਂਦੇ। ਜਿਹੜੀ ਮਾੜੀ ਮੋਟੀ ਵਿੱਚ ਢਿੱਲ ਹੈ ਇਸ ਸਿੱਖ ਨੂੰ ਕੱਸਿਆ ਜਾ ਸਕੇ, ਹੋਰ ਕੱਸਦੇ ਨੇ ਬਾਰ-ਬਾਰ। ਪਹਿਲੇ ਸਰੂਪ ਤੋਂ ਲੈ ਕੇ ਕੱਸਣਾ ਸ਼ੁਰੂ ਕੀਤਾ। 10ਵੇਂ ਪਾਤਸ਼ਾਹ ਤੱਕ 5 ਜਾਣਿਆਂ ਨੂੰ ਪ੍ਰਗਟ ਕੀਤਾ ਗੁਰਾਂ ਨੇ, ਜਿਹੜੇ ਸੀਸ ਦੇਣ ਵਾਸਤੇ ਸਾਹਮਣੇ ਖੜੇ ਹੋਏ। ਆਸ ਅੰਦੇਸਾ ਦੂਰ ਕਰ, ਇਉਂ ਮਲ ਜਾਏ ਸਮਾਏ। ਪਦਾਰਥਾਂ ਦੀ ਆਸਾ ਤੇ ਅੰਦੇਸਾ ਹੁੰਦਾ, ਫਿਕਰਾਂ ਨੂੰ ਦੂਰ ਕਰਕੇ ਸੇਵਾ ਕਰਦਾ ਰਹੋ। ਆਸ ਅੰਦੇਸਾ ਦੂਰ ਕਰ। ਇਸ ਵਜ੍ਹਾ ਦੇ ਨਾਲ ਫਿਰ ਤੇਰੇ ਅੰਦਰ ਕਹਿੰਦੇ ਭਾਈ ਜਿਹੜੀ ਰਾਗ ਦਵੈਸ਼ ਆਦਿਕ ਹੋਰ ਸਾਰੀਆਂ ਮੈਲਾਂ ਨੇ ਨਾ, ਇਹ ਫੇਰ ਜਾ ਕੇ ਨਿਵਰਤ ਹੋਣੀਆਂ ਨੇ। ਇਉਂ ਮਲ ਜਾਏ ਸਮਾਏ, ਮੈਲ ਇਉਂ ਜਾਵੇਗੀ ਤੇ ਸਮਾਏ ਦਾ ਅਰਥ ਹੈ ਨਿਵਰਤ ਹੋ ਜਾਵੇਗੀ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਇ। ਹੁਣ ਸੁਖ ਮੰਗਣ ਲਈ ਤਾਂ ਗੁਰੂ ਸਾਹਿਬ ਦੇ ਕੋਲੇ ਆਉਂਦੇ ਨੇ ਸਾਰੇ ਜਾਣੇ, ਪਰ ਦੁੱਖ ਨੂੰ ਕੋਈ ਨਹੀਂ ਮੰਗਦਾ, ਮਿਹਨਤ ਕਰਨੀ ਕੋਈ ਨਹੀਂ ਮੰਗਦਾ। ਆ ਕੇ ਖੜ ਗਏ, ਦੇ ਦਿਓ ਜੀ, ਲਓ ਜੀ, ਬੜੇ ਚੰਗੇ ਨੇ ਸਤਿਗੁਰ। ਫੇਰ ਆ ਗਿਆ, ਮਹਾਰਾਜ ਆ ਚਾਹੀਦਾ, ਲਓ ਜੀ, ਲਿਆਓ ਜੀ। ਫੇਰ ਆ ਗਿਆ। ਇੱਕ ਦਿਨ ਹੁਣ ਸਤਿਗੁਰਾਂ ਨੇ ਵਿਚਾਰ ਕੀਤੀ, ਇਹ ਲਈ ਜਾਂਦਾ, ਥੋੜੀ ਜਿਹੀ ਕਸਵੱਟੀ ਲਾ ਕੇ ਤਾਂ ਦੇਖੀਏ। ਗੁਰਾਂ ਨੇ 10 ਚੀਜ਼ਾਂ ਦਿੱਤੀਆਂ, ਉਹ 'ਚੋਂ ਇੱਕ ਵਾਪਸ ਲੈ ਲਈ, ਦੇਖੀਏ ਵੀ ਕੀ ਕਹਿੰਦਾ ਹੁਣ ਇਹ। ਜਦੋਂ ਇੱਕ ਚੀਜ਼ ਵਾਪਸ ਲਈ ਤਾਂ ਸਾਰੇ ਸ਼ਹਿਰ ਢੰਡੋਰਾ ਪਿੱਟਤਾ, ਫਿਰ ਗੁਰੂ ਨੇ ਮੇਰੀ ਚੀਜ਼ ਵਾਪਸ ਲਈ। ਰੱਬ ਨੇ ਬੜਾ ਮਾੜਾ ਕੀਤਾ, ਗੁਰੂ ਸਾਹਿਬ ਨੇ ਬਹੁਤ ਮਾੜਾ ਕੀਤਾ। ਸਤਿਗੁਰੂ ਕਹਿੰਦੇ ਇਹ ਤਾਂ ਨਿਕੰਮਾ ਨਿਕਲਿਆ। ਅੱਜ 10 ਚੀਜ਼ਾਂ ਬਾਅਦ ਇਹਨੂੰ ਪਰਖਿਆ, ਜੇ 100 ਚੀਜ਼ਾਂ ਬਾਅਦ 10 ਲੈ ਲੈਂਦੇ ਫੇਰ ਤਾਂ ਇਹਨੇ ਬਿਲਕੁਲ ਹੀ ਰੌਲਾ ਪਾ ਕੇ ਦੁਨੀਆ ਨੂੰ ਸਾਡੇ ਸਾਰੇ ਪਾਸੇ ਨਿੰਦਾ ਕਰਨੀ ਸੀ। ਸਤਿਗੁਰੂ ਮਹਾਰਾਜ ਪਰਖਦੇ ਨੇ। ਦੁਨੀਆ ਅੰਦਰ ਕੋਈ ਦੁੱਖ ਮੰਗ ਕੇ ਰਾਜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਮੰਗਦਾ। ਕਹਿੰਦੇ ਕੀ ਲੋੜ ਹੈ, ਪਦਾਰਥ ਮੰਗੀ ਜਾਓ, ਪਦਾਰਥਵਾਦੀ ਲੋਕ। ਕੋਈ ਇਹ ਨਹੀਂ ਕਹਿੰਦਾ ਮੈਨੂੰ ਜਪਜੀ ਸਾਹਿਬ ਦੇ ਇੰਨੇ ਪਾਠ ਕਰਵਾ ਲਓ, ਕੋਈ ਨਹੀਂ ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਕਹਿੰਦੇ ਇਹ ਦੁੱਖ ਔਖਾ ਕੰਮ ਹੈ, 5 ਕਕਾਰ ਕਿਹੜਾ ਸਾਂਭੂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਹੁਣ ਆਪ ਹੀ ਸਤਿਗੁਰੂ ਮਹਾਰਾਜ ਨਿਰਣਾ ਕਰਦੇ ਨੇ, ਸੁਖ ਹੈ ਕਉ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਸੰਸਾਰਕ ਸੁਖ ਭੋਗਣ ਵਾਲੇ ਨੂੰ ਅਗਲਾ ਹੁੰਦਾ, ਬਹੁਤਾ ਦੁੱਖ ਭੋਗਣਾ ਪੈਂਦਾ। ਇਹ ਗੱਲ ਮਨਮੁਖ ਨੂੰ ਸਮਝ ਨਹੀਂ ਪੈਂਦੀ। ਉਹ ਗੁਰੂ ਸਾਹਿਬ ਤੋਂ ਸੁਖ ਤਾਂ ਮੰਗੀ ਜਾਂਦਾ, ਸੁਖ ਮੰਗ ਕੇ ਇੰਨਾ ਦਲਿਦਰੀ ਹੋ ਗਿਆ ਕਿ ਦੇਹੀ ਵੀ ਕੰਮ ਕਰਨੋਂ ਹਟ ਗਈ। ਹੁਣ ਮਨ ਵੀ ਆਲਸੀ ਹੋ ਗਿਆ, ਕਿਉਂਕਿ ਸੁਖ ਨੇ ਇਨਸਾਨ ਨੂੰ ਹਮੇਸ਼ਾ ਤੰਗ ਕੀਤਾ, ਸੁਖ ਰੋਗ ਭਇਆ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਘਰ ਦਾ ਕਾਨੂੰਨ ਹੈ, ਗੁਰਮਤਿ ਕੀ ਕਹਿੰਦੀ ਆ, ਸੁਖ ਦੁੱਖ ਸਮ ਕਰ ਜਾਣੀਆਂ ਹੈ, ਸ਼ਬਦ ਭੇਦ ਸੁਖ ਹੋਏ। ਮਹਾਰਾਜ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਭੇਦ ਦਾ ਅਰਥ ਹੈ ਜਾਣ ਕੇ। ਗੁਰ ਸ਼ਬਦ ਦੁਆਰਾ ਮਨ ਦੇ ਕਠੋਰ ਸੁਭਾਅ ਨੂੰ ਭੇਦ ਹੁੰਦਾ, ਵਿੰਨ ਕੇ ਚੰਗੀ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਪਹਿਲਾਂ ਜਾਣ ਲਓ, ਚੰਗੀ ਤਰ੍ਹਾਂ ਉਹਦਾ ਭੇਦ ਪਾ ਲਓ ਕਿ ਗੁਰੂ ਦੇ ਸ਼ਬਦ ਵਿੱਚ ਕੀ ਉਪਦੇਸ਼ ਹੋਇਆ। ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਕਰਕੇ ਜਾਣੀਏ ਤਾਂ ਆਤਮਿਕ ਆਨੰਦ ਪ੍ਰਾਪਤ ਹੁੰਦਾ। ਇਹ ਬਹੁਤ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਧਾਂਤ ਰੱਖਿਆ ਆਪਣੇ ਸਾਹਮਣੇ। ਨਾ ਸੁੱਖ ਤੇ ਨਾ ਦੁੱਖ, ਇਹਨਾਂ ਦੋਨਾਂ ਤੋਂ ਨਿਰਲੇਪ ਹੋਣਾ ਪੈਣਾ। ਸੁੱਖ ਅਤੇ ਦੁੱਖ ਨੂੰ ਇੱਕੋ ਜਿਹਾ ਹੀ ਜਾਣੀਏ। ਸੁੱਖ ਆ ਗਿਆ ਤਾਂ ਵੀ ਕੋਈ ਗੱਲ ਨਹੀਂ, ਦੁੱਖ ਆ ਗਿਆ ਤਾਂ ਵੀ ਕੋਈ ਗੱਲ ਨਹੀਂ। ਸੁੱਖ ਵਿੱਚ ਜਦੋਂ ਬਹੁਤ ਸੁਖੀ ਹੁੰਦਾ ਉਦੋਂ ਕਹਿੰਦਾ ਅੱਜ ਤਾਂ ਉਲਝੇ ਹੀ ਰਹੇ, ਬਸ ਵਿਆਹ ਸ਼ਾਦੀ ਸੀ, ਆਹ ਸੀ ਉਹ ਸੀ, ਨਿਤਨੇਮ ਹੋਇਆ ਹੀ ਨਹੀਂ। ਬਹੁਤ ਦੁੱਖ ਆ ਗਿਆ, ਫੇਰ ਕਿਹੜਾ ਨਿਤਨੇਮ ਕਰਨਾ, ਫੇਰ ਵੀ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ। ਦੋਨਾਂ ਹਾਲਾਤਾਂ ਤੋਂ ਪਾਸੇ ਕਰਨ ਲਈ ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਜੋਰ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸੋ ਅੱਜ ਜਨਮ ਦਿਨ ਹੈ। ਬਾਬਾ ਜੀ ਨੇ ਸੀਸ ਤਲੀ ਉੱਤੇ ਰੱਖ ਕੇ ਜੰਗ ਕੀਤਾ। ਮਾੜਾ ਮੋਟਾ ਫੱਟ ਲੱਗਿਆ ਤਾਂ ਹਰੇਕ ਬੰਦਾ ਹੀ ਜੰਗ ਕਰ ਲੈਂਦਾ। ਵਿਸ਼ੇਸ਼ਤਾ ਸਿੱਖੀ ਦੀ ਇਹ ਹੈ, ਗੁਰਬਾਣੀ ਦੀ ਵਿਸ਼ੇਸ਼ਤਾ, ਇਹ ਸੀਸ ਤਲੀ ਉੱਤੇ ਰੱਖ ਕੇ ਯੋਧਿਆਂ ਨੇ ਜੰਗ ਕੀਤਾ। ਅਕਾਲ ਪੁਰਖ ਨੇ ਉੱਥੇ ਇਹੋ ਜਿਹਾ ਕੌਤਕ ਵਰਤਾਇਆ। ਲਾਹੌਰ ਜਾ ਕੇ ਕਹਿਣ ਲੱਗੇ ਸਿਪਾਹੀ ਕਿ ਸਾਨੂੰ ਜਿਉਂਦਿਆਂ ਨਾਲ ਲੜਨ ਭੇਜਿਆ ਜਾਂ ਮਰਿਆਂ ਹੋਇਆਂ ਨਾਲ ਲੜਨ ਭੇਜਿਆ। ਉੱਥੇ ਇਹ ਜਵਾਬ ਇਹ ਕਿਉਂ ਕਿਹਾ ਉਹਨਾਂ ਨੇ ਜਾ ਕੇ? ਕਹਿੰਦੇ ਕਿਉਂ? ਕਹਿੰਦੇ ਉੱਥੇ ਤਾਂ ਸਿਰ ਤਲੀ ਤੇ ਰੱਖ ਕੇ ਬਿਨਾਂ ਸਿਰ ਤੋਂ ਹੀ ਖੰਡਾ ਖੜਕਾ ਰਹੇ ਨੇ ਸਿੱਖ। ਮੁਸਲਮਾਨ ਤਾਂ ਦੇਖ ਦੇਖ ਕੇ ਭੱਜ ਗਏ ਸੀ। ਇਹੋ ਜਿਹਾ ਨਾਲ ਕਿਹੜਾ ਲੜੂਗਾ? ਫਿਰ ਬਾਬਾ ਜੀ ਨੇ ਆ ਕੇ ਸੀਸ ਭੇਟਾ ਕੀਤਾ ਪ੍ਰਕਰਮਾਂ 'ਚ। ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਪਹੂ ਵਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲਾਂ ਲਾਹੌਰ 'ਚ ਪੈਂਦਾ ਸੀ। ਸੋ ਮਾਤਾ ਜੀਵਨੀ, ਪਿਤਾ ਭਗਤਾ ਜੀ, ਉਹਨਾਂ ਦੇ ਗ੍ਰਹਿ ਵਿਖੇ ਬਾਬਾ ਜੀ ਨੇ 1680 ਦੇ ਨੇੜੇ ਤੇੜੇ ਕਿਤੇ ਅਵਤਾਰ ਧਾਰਿਆ, ਆਪਣਾ ਭਾਵ ਜਨਮ ਲਿਆ। 1757 ਦੇ ਵਿੱਚ ਲਗਭਗ 70 ਕਿ 75 ਸਾਲ ਦੇ ਨੇੜੇ ਤੇੜੇ ਦੀ ਉਮਰ ਆਈ ਇਤਿਹਾਸ ਵਿੱਚ। ਬਾਬਾ ਜੀ ਨੇ ਉਸ ਵਕਤ ਸ਼ਹੀਦੀ ਦਿੱਤੀ। ਉਹ ਮਹਾਂਪੁਰਖ ਜਿਨ੍ਹਾਂ ਨੇ ਉੱਥੇ ਅਵਤਾਰ ਲਿਆ, ਜਨਮ ਲਿਆ, ਬਚਪਨ ਤੋਂ ਲੈ ਕੇ ਮਾਤਾ ਪਿਤਾ ਦੇ ਕੋਲ ਪਲੇ ਗੁਰਮਤਿ ਅਨੁਸਾਰ, ਅਤੇ 10ਵੇਂ ਪਾਤਸ਼ਾਹ ਕੋਲ ਵੱਡੇ ਜਦੋਂ ਹੋਏ ਥੋੜ੍ਹੇ ਜਿਹੇ ਅਨੰਦਪੁਰ ਸਾਹਿਬ ਜਾ ਕੇ ਰਹੇ। ਬਾਬਾ ਜੀ 10ਵੇਂ ਪਾਤਸ਼ਾਹ ਦੇ ਨਾਲ ਸਾਰੀ ਜ਼ਿੰਦਗੀ ਸਮਝ ਲਓ ਰਹੇ ਨੇ। ਇੱਕ ਚਮਕੌਰ ਸਾਹਿਬ ਦੀ ਜੰਗ ਵਿੱਚ ਨਹੀਂ ਸੀ ਉਦੋਂ, ਜੋ ਡਿਊਟੀ ਦਮਦਮਾ ਸਾਹਿਬ ਵਾਲੇ ਪਾਸੇ ਕਿਤੇ ਲੱਗੀ ਹੋਣੀ ਆ। ਦਮਦਮਾ ਸਾਹਿਬ ਵੀ ਬਾਅਦ ਵਿੱਚ ਗੁਰਾਂ ਨੇ ਪ੍ਰਗਟ ਕੀਤਾ। ਉੱਥੋਂ ਹਜ਼ੂਰ ਸਾਹਿਬ ਨਾਲ ਗਏ ਨੇ। 5 ਪਿਆਰਿਆਂ ਵਿੱਚ ਨਾਲ ਖੜੇ ਹੋਏ ਜਿੱਥੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ, ਪ੍ਰਗਟ ਹੋਈ ਗੁਰਤਾ ਗੱਦੀ। ਫਿਰ 14 ਮਹੀਨੇ 10ਵੇਂ ਪਾਤਸ਼ਾਹ ਦੇ ਨਾਲ ਹਜ਼ੂਰ ਸਾਹਿਬ ਰਹੇ ਨੇ। ਮਹਾਰਾਜ 14 ਮਹੀਨੇ ਤੱਕ ਉੱਥੇ ਰਹੇ ਨੇ। ਸਾਰੀਆਂ ਮਰਿਆਦਾਵਾਂ ਬਾਬਾ ਜੀ ਨੇ ਆਪ ਲਿਖੀਆਂ ਨੇ। ਭਾਈ ਮਨੀ ਸਿੰਘ ਨੂੰ ਨਾਲ ਲਾ ਕੇ ਦੋਨਾਂ ਨੇ ਸਾਰਾ ਕੁਝ ਲਿਖਿਆ। 5 ਗ੍ਰੰਥੀ ਆਦਿਕ ਇਹ 22-12 ਭਗਤਾਂ ਦੀ ਬਾਣੀ ਬਾਅਦ ਸਾਰੀ ਬਣਾਈ ਸੰਥਿਆ ਲਈ। ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੀਰਾ ਘਾਟ ਜਿਹੜੀ ਕਥਾ ਕੀਤੀ ਆਪ 10ਵੇਂ ਦੀ ਜਿਲਦ ਬੰਨੀ ਜਿੱਥੇ, ਉੱਥੇ ਫਿਰ ਦੋਨਾਂ ਨੇ ਸਾਰਾ ਕੁਝ ਆਪ ਕੀਤਾ। ਭਾਈ ਮਨੀ ਸਿੰਘ ਲਿਖਾਰੀ ਲੱਗੇ। ਫਿਰ ਸਾਰੀ ਮਰਿਆਦਾ ਨੂੰ ਬਣਾ ਕੇ ਫਿਰ ਸਤਿਗੁਰੂ ਨੇ ਹੁਕਮ ਕੀਤਾ ਕਿ ਭਾਈ ਦੀਪ ਸਿੰਘ ਹੁਣ ਤੁਸੀਂ ਚਲੇ ਜਾਓ ਦਮਦਮਾ ਸਾਹਿਬ ਜਾ ਕੇ ਸੰਭਾਲੋ। ਉੱਥੇ ਸਾਰੀ ਜੋ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੀ ਕਥਾ ਤੁਸੀਂ ਸੁਣੀ, ਸਾਡੇ ਪਾਸੋਂ ਸੁਣਾਓ। ਔਰ ਮਹਾਰਾਜ ਦੀਆਂ ਜੋ ਸਰੂਪ ਨੇ ਉਹਨਾਂ ਦੀ ਰਚਨਾ ਕਰਨੀ, ਹੱਥ ਲਿਖਤ, ਹੱਥਾਂ ਨਾਲ ਲਿਖਦੇ ਸਨ ਉਦੋਂ। ਪੋਥੀਆਂ ਬਣਾ ਕੇ ਬਾਬਾ ਜੀ ਨੇ ਬਹੁਤ ਸੰਗਤ ਨੂੰ ਵੰਡੀਆਂ। 110 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ। 5 ਗ੍ਰੰਥੀ, 5 ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਸ਼ਾਮ ਨੂੰ ਰਹਿ ਰਾਸ, ਅਤੇ ਫਿਰ ਕੀਰਤਨ ਸੋਹਲੇ ਦਾ ਪਾਠ ਕਰਨਾ। ਇਸ ਤਰ੍ਹਾਂ ਨਾਲ ਨਾਲ ਪੰਥਕ ਸੇਵਾ ਵੀ ਕਰਦੇ ਗਏ, ਪੜ੍ਹਾਉਂਦੇ ਵੀ ਗਏ। ਇੰਨਾ ਨਿਤਨੇਮ ਵੀ ਕਰਨਾ। ਮਲਿਆਂ ਦੇ ਕੱਚੇ ਬੇਰ ਖਾ ਕੇ ਉੱਥੇ ਗੁਜ਼ਾਰਾ ਕੀਤਾ ਆਪ ਨੇ। ਸੋ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਮਨ ਨੂੰ ਵਿੰਨ੍ਹਿਆ ਹੈ ਸ਼ਬਦ ਦੇ ਦੁਆਰਾ। ਅਤੇ ਕਲਗੀਧਰ ਮਹਾਰਾਜ ਦੀ ਸਾਰੀ ਜ਼ਿੰਦਗੀ ਸੇਵਾ ਕਰਕੇ ਆਪ 10ਵੇਂ ਪਾਤਸ਼ਾਹ ਤੋਂ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤ ਛਕਿਆ। ਜਿਨ੍ਹਾਂ ਨੇ ਸਾਰੀ ਜ਼ਿੰਦਗੀ 10ਵੇਂ ਪਾਤਸ਼ਾਹ ਨਾਲ ਲਾਈ ਆਪਣੀ, ਅਤੇ ਮਹਾਰਾਜ ਤੋਂ ਬਾਅਦ ਕਿੰਨਾ ਸਮਾਂ ਬਤੀਤ ਕੀਤਾ ਹੈ, ਉਹ ਮਹਾਂਪੁਰਖਾਂ ਦੀ ਚਲਾਈ ਹੋਈ ਸਾਰੀ ਮਰਿਆਦਾ ਜਿਹੜੀ ਹੈ ਉਹਦੇ ਮੁਤਾਬਕ ਜੇ ਸਿੱਖ ਆਪਣੇ ਜੀਵਨ ਨੂੰ ਢਾਲ ਲਵੇ ਤਾਂ ਉਸ ਸਿੱਖ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ, ਪ੍ਰਵਾਨ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਅੱਜ ਵੀ ਆਪਾਂ ਨੂੰ ਕਿਰਪਾ ਕਰਕੇ ਦੱਸਦੇ ਨੇ ਕਿ ਜਿਨ੍ਹਾਂ ਨੇ ਕਠੋਰ ਸੁਭਾਅ ਨੂੰ ਵਿੰਨ ਕੇ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਜਾਣਿਆ, ਭਾਈ ਮਨੀ ਸਿੰਘ ਨੇ ਇੱਕੋ ਜਿਹਾ ਜਾਣਿਆ, ਸੁੱਖ ਤੇ ਦੁੱਖ ਨੂੰ ਬੰਦ ਕੱਟਿਆ। ਜਲਾਦ ਨੇ ਮੂੰਹ ਵੱਲ ਦੇਖਿਆ। ਭਾਈ ਸਾਹਿਬ ਕਹਿੰਦੇ ਦੁਸ਼ਟਾ ਇੱਧਰ ਨੂੰ ਕੀ ਦੇਖਦਾ, ਮੇਰੇ ਵੱਲ ਨੂੰ ਆਪਣਾ ਕੰਮ ਕਰੀ ਜਾ, ਮੈਨੂੰ ਪਾਠ ਕਰਨ ਦੇ। ਕਹਿ ਰਹੇ ਜੀ ਮੈਂ ਦੇਖਦਾ ਵੀ ਜੇ ਕਿਸੇ ਦੇ ਮਾੜੀ ਜੀ ਸੂਈ ਚੋਂ ਜੇ ਉਹ ਸੀ ਕਰਦਾ, ਮੱਥੇ ਤੇ ਤਿਉੜੀਆਂ ਪਾਉਂਦਾ, ਭਾਈ ਸਾਹਿਬ ਤੁਸੀਂ ਤਾਂ ਹੱਦ ਕਰਤੀ, ਮੈਂ ਵੱਢ ਰਿਹਾ, ਬੰਦ ਕੱਟ ਰਿਹਾ, ਤੁਸੀਂ ਪਾਠ ਕਰੀ ਜਾ ਰਹੇ ਹੋ, ਤੁਹਾਨੂੰ ਦੁੱਖ ਨਹੀਂ ਲੱਗਦਾ? ਕਹਿੰਦੇ ਇਹਨਾਂ ਗੱਲਾਂ ਨੂੰ ਤੂੰ ਜਲਾਦਾ ਕੀ ਸਮਝੇਗਾ,
ਤੂੰ ਆਪਣਾ ਕੰਮ ਕਰ ਬਸ। ਇਸ ਕਰਕੇ ਸੁੱਖ ਦੁੱਖ ਸਮ ਕਰ ਜਾਣੀਐ, ਗੁਰਮੁਖਾਂ ਨੇ ਇਸ ਅਵਸਥਾ ਨੂੰ ਦਿਖਾਇਆ ਹੈ ਕਰਕੇ, ਕਿਉਂਕਿ ਉਹਨਾਂ ਸ਼ਬਦ ਦੇ ਨਾਲ ਆਪਣੇ ਆਪ ਨੂੰ, ਆਪਣੇ ਹਿਰਦੇ ਨੂੰ ਬਿੰਨ ਕੇ ਪਰੋ ਲਿਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਨਾ ਹੋਏ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋਆ, ਕਰਹਿ ਆਨੰਦ ਸੱਚਾ ਮਨ ਸੋਏ। ਉਹ ਹੁਣ ਕਿੱਥੇ ਵਸਦੇ ਨੇ ਰੱਬ ਦੇ ਪਿਆਰੇ? ਕਹਿੰਦੇ ਜਿੱਥੇ ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਦੇ ਕੋਲ ਥਾਂ ਪ੍ਰਾਪਤ ਹੋਈ ਉਹਨਾਂ ਨੂੰ। ਜਿੰਨੀ ਕੁਰਬਾਨੀ ਕੀਤੀ ਉਹਦੇ ਹਿਸਾਬ ਨਾਲ ਹੀ ਬਖਸ਼ਿਸ਼ ਹੁੰਦੀ ਹੈ। ਇਹ ਕੋਈ ਛੋਟੀਆਂ ਗੱਲਾਂ ਨਹੀਂ। ਭਾਈ ਤਾਰੂ ਸਿੰਘ ਨੇ ਖੋਪੜੀ ਲਹਾਤੀ, ਕੇਸ ਨਹੀਂ ਕਟਾਏ ਆਪਣੇ। ਇਸੇ ਕਰਕੇ ਜ਼ਕਰੀਏ ਨੂੰ ਜੁੱਤੀਆਂ ਪਈਆਂ ਬਹੁਤ, ਸਰੀਰ ਛੱਡਿਆ, ਨਰਕਾਂ ਨੂੰ ਸਿੱਟ ਕੇ ਫੇਰ 22 ਦਿਨਾਂ ਬਾਅਦ ਗਏ ਨੇ। ਇਹ ਵੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ। ਬ੍ਰਹਮ ਬਾਣੀ ਜੋ ਵੇਦ ਹੈ ਉਹਨੂੰ ਬਿਆਸ ਵਿਸਤਾਰ ਪੂਰਵਕ ਜੇ ਵਾਚੀਏ ਨਾ ਤਾਂ ਉਹ ਇਹੀ ਪੁਕਾਰਦੀ ਹੈ। ਜੋ ਬ੍ਰਹਮਾ ਦੀ ਬਾਣੀ ਵੇਦ ਹੈ ਤੇ ਬਿਆਸ ਦੀ ਬਾਣੀ ਪੁਰਾਣ ਹੈ, ਇਹਨਾਂ ਨੂੰ ਵਾਚੀਏ ਤਾਂ ਇਹੋ ਪੁਕਾਰਦੇ ਨੇ। ਉਹ ਕੀ ਪੁਕਾਰਦੇ ਨੇ? ਮਨ ਜਨ ਸੇਵਕ ਸਾਧਕਾ, ਨਾਮ ਰਤੇ ਗੁਣਤਾਸ। ਚਾਹੇ ਕੋਈ ਮੁਨੀ ਜਨ ਮਹਾਤਮਾ ਹੈ, ਚਾਹੇ ਕੋਈ ਸੇਵਾ ਕਰਨ ਵਾਲਾ ਸੇਵਕ ਹੋਇਆ, ਚਾਹੇ ਕੋਈ ਸਾਧਨਾ ਦੇ ਕਰਨ ਵਾਲਾ ਸਾਧਕ ਹੋਇਆ, ਇਹਨਾਂ ਸਾਰਿਆਂ ਚੋਂ ਜਿਹੜਾ ਨਾਮੀ ਬੰਦਾ, ਨਾਮ ਜਪਣ ਵਾਲਾ ਨਾ, ਨਾਮੀ ਪ੍ਰਭੂ ਦੇ ਨਾਮ ਸਿਮਰਨ ਵਿੱਚ ਰਤਿਆ ਹੋਇਆ, ਉਹ ਸ਼ੁਭ ਗੁਣਾਂ ਦਾ ਖਜ਼ਾਨਾ ਬਣਿਆ। ਇਹ ਗੱਲ ਨੂੰ ਸਾਰੇ ਹੀ ਪੁਕਾਰਦੇ ਨੇ। ਰਿਸ਼ੀ ਮੁਨੀ ਵੀ ਕਹਿੰਦੇ ਨੇ ਇਸ ਗੱਲ ਦੇ ਤਾਂ ਹੀ ਕਿ ਨਾਮ ਹੀ ਵੱਡਾ। ਸੱਚ ਰਤੇ ਸੇ ਜਿਣ ਗਏ, ਹਾਂ ਸਦ ਬਲਿਹਾਰੈ ਜਾਸ। ਜਿਹੜੇ ਸੱਚੇ ਨਾਮ ਵਿੱਚ ਰੰਗੇ ਗਏ ਨੇ ਉਹ ਜਿੱਤ ਗਏ। ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਚੌਂ ਯੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਜਿਨ੍ਹਾਂ ਦੇ ਮੂੰਹ ਚੋਂ ਸਤਨਾਮ ਵਾਹਿਗੁਰੂ ਨਾਮ ਦਾ ਉਚਾਰਨ ਨਹੀਂ ਹੋਇਆ, ਉਹ ਚਾਰਾਂ ਯੁੱਗਾਂ ਵਿੱਚ, ਚੌਂ ਯੁਗੀ ਸੰਸਾਰ ਵਿੱਚ ਸ਼ੁਰੂ ਤੋਂ ਲੈ ਕੇ ਰਾਗ ਦਵੈਸ਼ ਰੂਪ ਮੈਲ ਦੇ ਨਾਲ ਭਰੇ ਹੀ ਪਏ ਨੇ। ਉਹ ਮੈਲੇ ਹੀ ਹੋ ਰਹੇ ਨੇ, ਕਿਉਂਕਿ ਨਾਮ ਨੇ ਮੈਲ ਦੂਰ ਕਰਨੀ। ਮੈਲ ਨਜ਼ਰ ਨਹੀਂ ਆਉਂਦੀ, ਜਿਹੜੀ ਅੰਦਰ ਮੈਲ ਉਹ ਨਹੀਂ ਦਿਖਦੀ ਆਪਾਂ ਨੂੰ। ਉਹ ਮੈਲ ਕਿਉਂ ਨਹੀਂ ਦਿਖਦੀ? ਕਿਉਂਕਿ ਉਹ ਮੈਲ ਅੰਤਰੀਵ ਹੈ। ਉਹਨੂੰ ਸੂਖਮ ਮੈਲ ਨੂੰ ਸੂਖਮ ਸ਼ਬਦ ਹੀ ਉਤਾਰਦਾ। ਬਾਣੀ ਦੇ ਨਾਲ ਪ੍ਰੇਮ ਨਹੀਂ, ਜਿਹਦੇ ਅੰਦਰ ਮੈਲ ਹੈ। ਜੇ ਬਾਣੀ ਦੇ ਨਾਲ ਪ੍ਰੇਮ ਹੈ ਤਾਂ ਬਾਣੀ ਸੁਣਦਾ, ਕੀਰਤਨ ਸੁਣਦਾ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਨਾਮ ਨੂੰ ਸਰਵਣ ਕਰਦੇ ਨੇ, ਨਾਮ ਨੂੰ ਜਪਦੇ ਨੇ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਮੈਲ ਲੱਗੀ ਹੋਈ ਹੈ, ਉਹਨੂੰ ਨਾਮ ਜਪਣਾ ਚੰਗਾ ਹੀ ਨਹੀਂ ਲੱਗਦਾ, ਪਸੰਦ ਨਹੀਂ ਆਉਂਦਾ ਉਹਨੂੰ। ਭਗਤੀ ਭਾਏ ਵਿਹੂਣਿਆ, ਮੋਹ ਕਾਲਾ ਪਤ ਖੋਏ। ਭਗਤੀ ਭਾਏ ਹੁੰਦੀ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਤੋਂ ਬਿਨਾਂ ਜਿਹੜੇ ਪੁਰਸ਼ਾਂ ਦਾ ਹੈ ਨਾ ਮੂੰਹ, ਉਹ ਕਾਲਾ ਕਰਕੇ ਇੱਜ਼ਤ ਹੀ ਗਵਾਚ ਜਾਂਦੀ ਉਹਨਾਂ ਦੀ ਪਰਲੋਕ ਤੇ ਪਰਲੋਕ ਦੇ ਵਿੱਚ। ਕਿਉਂਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨਹੀਂ ਕੀਤੀ ਉਹਨਾਂ ਦਾ ਮੂੰਹ ਕਾਲਾ ਹੀ ਹੁੰਦਾ। ਜਿਨੇ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ। ਜਿਹਨੇ ਵਾਹਿਗੁਰੂ ਦੇ ਨਾਮ ਨੂੰ ਭੁਲਾਤਾ ਉਹ ਔਗਣਾ ਕਰਕੇ ਲੁੱਟੀ ਹੋਈ ਰੋਣਾ ਕਰਦੀ। ਕਿਉਂਕਿ ਉਹਨਾਂ ਨੇ ਨਾਮ ਨੂੰ ਭੁਲਾਤਾ, ਔਗਣਾ ਕਰਕੇ ਉਹ ਹਮੇਸ਼ਾ ਹੀ, ਕਿਉਂਕਿ ਲੁੱਟੀ ਗਈ ਕਿੱਥੋਂ? ਕਹਿੰਦੇ ਗੁਣ ਹੀ ਨਹੀਂ ਰਿਹਾ ਕੋਈ। ਇੱਕ ਔਗਣ ਆ ਗਿਆ, ਉਹਦੇ ਨਾਲ ਦੂਜਾ ਔਗਣ ਆ ਗਿਆ। ਹੌਲੀ ਹੌਲੀ ਸਰੀਰ ਉੱਤੇ ਔਗਣਾ ਨੇ ਹੀ ਕਬਜ਼ਾ ਕਰ ਲਿਆ। ਔਗਣਾ ਨੇ ਐਸਾ ਜਕੜਬੰਦ ਮਾਰਿਆ ਅੰਦਰ ਤੱਕ ਜਾ ਕੇ ਕਿ ਮੂੰਹ ਨੂੰ ਵੀ ਚੰਗੀ ਤਰ੍ਹਾਂ ਫੜ ਲਿਆ, ਉਹਦੇ ਜ਼ੁਬਾਨ ਨੂੰ ਵੀ ਖਿੱਚ ਲਿਆ ਅੰਦਰ ਨੂੰ। ਖਬਰਦਾਰ ਜੇ ਨਾਮ ਨੂੰ ਬੋਲਿਆ ਤਾਂ। ਨਾਮ ਨੂੰ ਬੋਲਣ ਹੀ ਨਹੀਂ ਦਿੰਦੇ ਉਹ। ਕਹਿੰਦੇ ਪੁੱਠੀ ਗੱਲ ਬੋਲ ਫੇਰ ਤੈਨੂੰ ਛੱਡਾਂਗੇ। ਖੋਜਤ ਖੋਜਤ ਪਾਇਆ, ਡਰ ਕਰ ਮਿਲੈ ਮਿਲਾਏ। ਸੰਸਾਰਕ ਡਰ ਕਰਕੇ ਖੋਜਦਿਆਂ ਖੋਜਦਿਆਂ ਸਤਿਗੁਰਾਂ ਨੂੰ ਪਾਇਆ। ਫਿਰ ਇਹ ਤਾਂ ਅੰਦਰੋਂ ਇਹੋ ਜਿਹਾ ਪ੍ਰਭਾਵ ਬਣਿਆ, ਨਾਮ ਜਪਣਾ ਹੀ ਨਹੀਂ ਹੁੰਦਾ ਸਾਤੋਂ ਤਾਂ। ਫਿਰ ਗੁਰਾਂ ਦੇ ਕੋਲ ਗਏ, ਜਿਨ੍ਹਾਂ ਦਾ ਮਿਲਾਇਆ ਹੋਇਆ ਫਿਰ ਪਰਮੇਸ਼ਰ ਮਿਲਦਾ। ਜਦੋਂ ਆਪਾਂ ਗੁਰਾਂ ਦੇ ਕੋਲ ਜਾਂਦੇ ਹਾਂ ਫਿਰ ਸਤਿਗੁਰੂ ਜੀ ਕਿਰਪਾ ਕਰਕੇ ਉਹ ਬੰਧਨ ਕੱਟਦੇ ਨੇ। ਜਿਹੜੇ ਜ਼ੁਬਾਨ ਨੂੰ ਬੰਧਨ ਪੈ ਗਏ, ਕੰਨਾਂ ਨੂੰ ਪੈ ਗਏ, ਅੱਖਾਂ ਨੂੰ ਪੈ ਗਏ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਸਤਸੰਗਤ ਰੂਪ ਘਰ ਵਿੱਚ ਵਸ ਕੇ ਆਪਣੇ ਸਰੂਪ ਨੂੰ ਪਛਾਣੇ ਬੰਦਾ ਪਹਿਲਾਂ, ਮੈਂ ਅਸਲ ਵਿੱਚ ਕੀ ਹਾਂ। ਬਾਹਰਲੇ ਸਰੂਪ ਨੂੰ ਭੁੱਲ ਕੇ ਅੰਦਰ ਨੂੰ ਚਲਿਆ ਜਾਵੇ। ਅੰਦਰ ਆਪਣੇ ਆਤਮਾ ਹੈ ਤਾਂ ਆਤਮਾ ਨੂੰ ਪਛਾਣੇ, ਆਤਮਾ ਕੀ ਹੈ,
ਪ੍ਰਕਾਸ਼। ਜਦੋਂ ਆਪਾਂ ਅੰਦਰਲੇ ਪ੍ਰਕਾਸ਼ ਨੂੰ ਦੇਖਿਆ ਕਿ ਮੇਰਾ ਅਸਲ ਰੂਪ ਤਾਂ ਪ੍ਰਕਾਸ਼ ਹੈ, ਆ ਸਰੀਰ ਤਾਂ ਉੱਤੇ ਬਣਤਰ ਜੀ ਬਣੀ ਹੋਈ ਹੈ, ਇਸੇ ਨੇ ਰੁਕਾਵਟ ਪਾਈ। ਤਾਂ ਮਹਾਰਾਜ ਕਹਿੰਦੇ ਹੰਗਤਾ ਮਮਤਾ ਪਦਾਰਥਾਂ ਦੀ ਤ੍ਰਿਸ਼ਨਾ ਫੇਰ ਜਾਂਦੀ, ਮੈਂ ਤਾਂ ਆਤਮਾ ਹਾਂ। ਜਦੋਂ ਇਹ ਗੱਲ ਪਕੜ ਲਈ ਕਿ ਮੈਂ ਆਤਮਾ ਹਾਂ, ਤਾਂ ਬੰਦੇ ਦਾ ਪਦਾਰਥਾਂ ਨਾਲੋਂ ਫਿਰ ਮੋਹ ਟੁੱਟ ਜਾਂਦਾ, ਤ੍ਰਿਸ਼ਨਾ ਹਟ ਜਾਂਦੀ ਆਪਣੇ ਆਪ ਹੀ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਮਹਾਰਾਜ ਕਥਨ ਕਰਦੇ ਨੇ ਉਹ ਨਿਰਮਲ ਤੋਂ ਨਿਰਮਲ ਨੇ ਜਿਹੜੇ ਰੱਬ ਦੇ ਨਾਮ ਦੇ ਵਿੱਚ ਰੰਗੇ ਗਏ ਨੇ, ਜਿਹੜੇ ਨਿਰਮਲ ਹਰੀ ਪਰਮੇਸ਼ਰ ਦੇ ਨਾਮ 'ਚ ਰਤੇ ਹੋਏ ਨੇ ਨਾ, ਉਹ ਉਜਲ ਮਨ ਵਾਲੇ ਹੋ ਗਏ ਨੇ। ਬਿਲਕੁਲ ਮਨ ਉਜਲਾ ਹੋਣਾ, ਉਜਲ ਮਨ ਬਿਲਕੁਲ ਚਿੱਟਾ ਜਿਵੇਂ ਹੁੰਦਾ ਦੁੱਧ ਚਿੱਟਾ, ਇਸ ਤਰ੍ਹਾਂ ਉਹਨਾਂ ਦਾ ਮਨ ਉਜਲ ਹੋ ਗਿਆ, ਜਿਹਦੇ ਵਿੱਚ ਕੋਈ ਮੈਲ ਨਹੀਂ, ਕੋਈ ਕਾਲਖ ਨਹੀਂ, ਕੋਈ ਦਾਗ 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 ਨਹੀਂ।